ਦੋਸਤੋ ਰੰਧਾਵਾ ਵਲੌਗ YouTube ਚੈਨਲ ਤੇ ਖੁਸ਼ ਆਮਦੀਦ। ਹਾਂਜੀ ਦੋਸਤੋ, ਮੈਂ ਅਬਦੁਰਰਹਿਮਾਨ ਰੰਧਾਵਾ ਤੇ ਤੁਸੀਂ ਵੇਖਦੇ ਪਏ ਜੇ ਮੇਰਾ YouTube ਚੈਨਲ ਰੰਧਾਵਾ ਵਲੌਗ 333। ਆਪ ਤੁਹਾਡਾ ਸਾਰਿਆਂ ਦੋਸਤਾਂ ਦਾ ਜਾਣਿਆ ਪਛਾਣਿਆ ਹੋਇਆ ਚੈਨਲ ਆ ਭਾਈ। ਅੱਜ ਗੱਲਬਾਤ ਕਰਨ ਲੱਗੇ ਆ ਨਿਊ ਹਾਲੈਂਡ ਤੇ, ਜਿਹੜੀ ਪਾਕਿਸਤਾਨ ਦੀ ਸਾਡੀ ਬਲਕਿ ਕਹ ਲਓ ਵੀ ਦੁਨੀਆ ਦੀ ਤੁਸੀਂ ਕਹ ਲਓ ਇਸ ਵਕਤ ਨੰਬਰ 1 ਕੰਪਨੀ ਜਿਹੜੀ ਆਟੋ ਪਾਰਟਸ ਦੇ ਅੰਦਰ ਮੰਨੀ ਜਾ ਰਹੀ ਆ, ਟਰੈਕਟਰਾਂ ਦੀ ਇੰਡਸਟਰੀ ਦੇ ਅੰਦਰ, ਵੱਡੀਆਂ ਹਾਰਵੈਸਟਾਂ ਦੇ ਅੰਦਰ ਨਿਊ ਹਾਲੈਂਡ ਮੰਨੀ ਜਾ ਰਹੀ ਆ। ਉਹਦੇ ਬਾਰੇ ਕੁਝ ਤੁਹਾਨੂੰ ਦੱਸਦੇ ਆ, ਕਿਉਂਕਿ ਪਾਕਿਸਤਾਨ ਦੇ ਵਿੱਚ ਸਾਰੀਆਂ ਕੰਪਨੀਆਂ ਜਿਹੜੀਆਂ ਵਾ ਉਹ ਸਾਰੀਆਂ ਕੰਪਨੀਆਂ ਤੇ ਕਹ ਲਓ ਸੇਲ ਟੈਕਸ ਲੱਗ ਗਿਆ ਵਾ। ਸਭ ਤੋਂ ਪਹਿਲਾਂ ਜਿਹੜਾ ਮਿਲਤ ਨੇ ਨੋਟੀਫਿਕੇਸ਼ਨ ਵੀ ਜਾਰੀ ਕਰਤਾ, ਟਰੈਕਟਰਾਂ ਦੀਆਂ ਕੀਮਤਾਂ ਵੀ ਵੱਧ ਗਈਆਂ। ਉਸ ਤੋਂ ਬਾਅਦ ਪਾਕਿਸਤਾਨ ਦੀ ਜਿਹੜੀ ਵੱਡੀ ਕੰਪਨੀ ਆ ਜਾਂਦੀ ਹੈ ਨਿਊ ਹਾਲੈਂਡ। ਕੁਝ ਵਕਤ ਪਹਿਲਾਂ ਇਹ ਫੀਅਟ ਹੁੰਦੀ ਸੀ, ਪਰ ਹੁਣ ਇਹ ਫੀਅਟ ਕੰਪਨੀ ਤੇ ਨਹੀਂ ਕਹਿ ਸਕਦੇ ਅਸੀਂ, ਨਿਊ ਹਾਲੈਂਡ ਅਲਗਾਜ਼ੀ। ਇਹਦੇ ਬਾਰੇ ਦੱਸਣਾ ਚਾਹ ਰਹੇ ਹਾਂ ਵੀ ਇਹਦੇ ਜਿਹੜੇ ਰੇਟ ਵਗੈਰਾ ਵੱਧ ਗਏ ਨੇ, ਨਹੀਂ ਵਧੇ। ਬਾਕੀ ਇਹਦਾ ਜਿਹੜਾ ਨਵਾਂ ਮਾਡਲ ਆ ਰਿਹਾ ਵਾ ਦਬੰਗ ਦੀ ਜਗ੍ਹਾ ਕੋਈ ਕਹਿ ਰਿਹਾ 850 ਬਣਾ ਦਿੱਤਾ ਵਾ। ਯਾਨੀ ਕਿ ਅੱਜ ਵੀ ਸਾਨੂੰ ਜਿਹੜਾ ਵਾ ਸੁਣਨ ਦੇ ਵਿੱਚ ਇਹੀ ਮਿਲਿਆ ਵਾ ਵੀ 850 ਜਿਹੜਾ ਨਵਾਂ ਮਾਡਲ ਉਹ ਅਨਕਰੀਬ ਕੰਪਨੀ ਇੱਕ ਵੱਡਾ ਧਮਾਕਾ ਕਰਨ ਜਾ ਰਹੀ ਆ, ਔਰ ਬਹੁਤ ਜ਼ਬਰਦਸਤ ਟਰੈਕਟਰ ਉਹ ਬਣਾਇਆ ਵਾ ਜਿਸ ਤਰ੍ਹਾਂ ਕਿ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਆ। ਬਾਕੀ ਭੱਟੀ ਸਾਹਿਬ ਦਾ ਇੰਟਰਵਿਊ ਕਰਨ ਆਏ ਸੀ, ਉਹਨਾਂ ਦੇ ਸ਼ੋਰੂਮ ਤੇ ਮੌਜੂਦ ਆ ਕਾਸਮ ਭੱਟੀ ਸਾਹਿਬ ਦੇ, ਤੇ ਕੰਪਨੀ ਨੇ ਉਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਆ ਕਿ ਇੰਟਰਵਿਊ ਨਹੀਂ ਦੇਣਾ ਤੁਸੀਂ। ਤੇ ਬਰਹਲ ਵੇਖੋ ਜੀ, ਸੱਚਾ ਬੰਦਾ ਜਿਹੜਾ ਬੰਦਾ ਸੱਚੀ ਗੱਲ ਕਰਦਾ ਵਾ ਫਿਰ ਉਹਦੇ ਖਿਲਾਫ ਇਸ ਤਰ੍ਹਾਂ ਦੇ ਐਕਸ਼ਨ ਵਗੈਰਾ ਲਏ ਜਾਂਦੇ ਆ। ਔਰ ਉਹਨਾਂ ਨੇ ਬਿਲਕੁਲ ਇਨਕਾਰ ਕਰ ਦਿੱਤਾ, ਉਹਨਾਂ ਕਿਹਾ ਯਾਰ ਮਾਜ਼ਰਤ ਆ, ਮੈਂ ਇੰਟਰਵਿਊ ਨਹੀਂ ਦੇ ਸਕਦਾ ਕਿਉਂਕਿ ਕੰਪਨੀ ਨੇ ਜਿਹੜਾ ਮੈਨੂੰ ਮਨਾ ਕੀਤਾ ਵਾ ਕਿ ਤੂੰ ਤੇ ਸਾਡੀ ਕੰਪਨੀ ਦਾ ਭੱਠਾ ਹੀ ਭਾਲ ਦੇਣ ਲੱਗਾ। ਤੇ ਬਾਕੀ ਭਾਈ ਮੁਹੱਬਤ ਅਲੀ ਵਾਲਾ ਸਾਹਿਬ ਸਾਡੇ ਨਾਲ ਆ, ਆਬਦ ਐਗਰੀਕਲਚਰ ਸਾਹਿਬ ਸਾਡੇ ਨਾਲ ਮੌਜੂਦ ਨੇ ਤੇ ਇਹ ਸਵਾਲ ਜਵਾਬ ਕਰਦੇ ਨੇ। ਆਪਾਂ ਇਹਨਾਂ ਦੇ ਸਵਾਲਾਂ ਜਵਾਬਾਂ ਦਾ ਜਿਹੜਾ ਸਵਾਲ ਕਰਨਗੇ ਉਹਨਾਂ ਦੇ ਆਪਣੀ ਜਵਾਬ ਦੇਵਾਂਗੇ ਜੀ। ਰੰਧਾਵਾ ਸਾਹਿਬ, ਤੁਹਾਨੂੰ ਪਤਾ ਲੱਗ ਗਿਆ ਹੋਣਾ ਜੀ ਮਿਲਤ ਨੇ ਰੇਟ ਵਧਾ ਦਿੱਤੇ ਨੇ, ਤੇ ਫਿਲਹਾਲ ਗਾਜ਼ੀ ਕੰਪਨੀ ਦੀ ਕੀ ਸੂਰਤ ਹਾਲ ਹੈ? ਵੇਖੋ ਜੀ, ਜਿੱਥੋਂ ਤੱਕ ਸਾਨੂੰ ਪਤਾ ਲੱਗਾ ਵਾ, ਸਾਨੂੰ ਇਹ ਪਤਾ ਲੱਗਾ ਵਾ ਔਰ ਗੱਲ ਸੁਣ ਕੇ ਕੰਪਨੀ ਦੀ ਦਿਲ ਖੁਸ਼ ਹੋਇਆ ਵਾ। ਕੰਪਨੀ ਨੇ ਗਵਰਨਮੈਂਟ ਦੇ ਗਾੜੀ ਇਹ ਚੀਜ਼ ਰਿਕੁਐਸਟ ਕੀਤੀ ਆ ਕਿ ਜ਼ਿਮੀਂਦਾਰ ਅੱਗੇ ਹੀ ਬੋਝ ਥੱਲੇ ਦੱਬਿਆ ਵਾ, ਕੰਪਨੀ ਦੇ ਉੱਤੇ ਅੱਗੇ ਹੀ ਬਹੁਤ ਦਬਾਅ ਆ, ਟਰੈਕਟਰ ਨਹੀਂ ਵਿਕਣ ਡਏ ਤੇ ਤੁਸੀਂ ਮਾਜ਼ਰਤ ਆ ਵੀ ਤੁਸੀਂ ਇਸ ਟੈਕਸ ਨੂੰ ਕਿ ਉਰਾ ਪਰਾਂ ਐਡ ਕਰ ਲਓ, ਟਰੈਕਟਰਾਂ ਤੋਂ ਬਚਾਓ। ਟਰੈਕਟਰ ਦੀ ਕੀਮਤ ਬਹੁਤ ਜ਼ਿਆਦਾ ਹੋ ਜਾਣੀ ਆ, ਟਰੈਕਟਰ ਅੱਗੇ ਜ਼ਿਮੀਂਦਾਰ ਦੀ ਪਹੁੰਚ ਦੂਰ ਹੋ ਚੁੱਕਿਆ ਵਾ। ਤੇ ਫਿਲਹਾਲ ਤੇ ਕੰਪਨੀ ਨੇ ਅਜੇ ਤੱਕ ਕੀਮਤਾਂ ਨਹੀਂ ਵਧਾਈਆਂ, ਕਹ ਲਓ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ, ਨਿਊ ਪ੍ਰਾਈਸ ਜਿਹੜੀ ਪ੍ਰਾਈਸ ਲਿਸਟ ਆ ਉਹ ਜਾਰੀ ਨਹੀਂ ਕੀਤੀ। ਬਾਕੀ ਜਿਹੜੀ ਨਿਊ ਹਾਲੈਂਡ ਦੀ ਬੁਕਿੰਗ ਆ ਉਹ ਵੀ ਬੰਦ ਹੋ ਗਈ ਅੱਜ ਤੋਂ। ਹਾਂ, ਬਾਕੀ ਗੱਲ ਪਤਾ ਕੀ, ਅਗਰ ਦੋਵੇਂ ਕੰਪਨੀਆਂ ਰਲ ਕੇ ਮਤਲਬ ਇਕਦਾਮ ਚੁੱਕਦੀਆਂ ਨਾ, ਮਿਲਤ ਵੀ ਨਾਲ ਇਹਦੇ ਰਲਦੀ, ਫੀਅਟ ਵੀ ਇਤਜਾਜ ਕਰਦੀਆਂ ਕਿ ਆਇਆ ਕਿ ਤੁਸੀਂ ਕਿਉਂ ਜ਼ਿਮੀਂਦਾਰ ਤੇ ਮਜ਼ੀਦ ਬੋਝ ਪਾਣ ਦੇ, ਫਿਰ ਤੇ ਕੁਝ ਹੋ ਸਕਦਾ ਹੈ। ਹੁਣ ਜਿਹੜਾ ਆਪਣਾ ਮਾਰਕੀਟ ਲੀਡਰ ਉਹਨੇ ਰੇਟ ਵਧਾ ਦਿੱਤਾ ਹੈ। ਦੇਖੋ ਜੀ, ਮਿਲਤ ਨੂੰ ਜਿਹੜੀ ਆ ਗਵਰਨਮੈਂਟ ਦੇ ਅੱਗੇ ਰਿਕੁਐਸਟ ਕਰਨੀ ਚਾਹੀਦੀ। ਮਿਲਤ ਨੂੰ ਨਹੀਂ ਪਤਾ, ਮਿਲਤ ਕਿਹੜੀ ਕੰਥਾਂ ਨਹੀਂ ਬੁਰਕੀਆਂ ਪਾਉਂਦੀ, ਪਤਾ ਹਰ ਗੱਲ ਦਾ ਹੀ ਆ। ਪਰ ਮਿਲਤ ਨੇ ਕਿਹਾ ਵੀ ਸੇਲ ਟੈਕਸ ਲੱਗ ਰਿਹਾ ਵਾ, ਇਹ ਸਿੱਧਾ ਜ਼ਿਮੀਂਦਾਰ ਤੇ ਪੈਣਾ, ਸਾਨੂੰ ਇਸ ਚੀਜ਼ ਦਾ ਕੀ ਆ। ਅਗਰ ਇਹ ਮਿਲਤ ਥੋੜਾ ਜਿਹਾ ਆਸਰਾ ਕਰਦੀ, ਬਲਕਿ ਪੂਰਾ ਤੁੰਨ ਕੇ ਆਸਰਾ ਕਰਦੀ, ਗਵਰਨਮੈਂਟ ਦੇ ਗਾੜੇ ਬਾਈਕਾਟ ਕਰਦੀ, ਆਪਣੀ ਫੈਕਟਰੀ ਬੰਦ ਕਰਦੀ, ਯਾਨੀ ਕਿ ਕਹ ਲਓ ਜਿੱਦਾਂ ਫਲੋਰ ਮਿਲਾਂ ਨੇ ਟੈਕਸ ਦੀ ਵਜ੍ਹਾ ਤੋਂ ਹੜਤਾਲ ਕੀਤੀ ਆ, ਹੜਤਾਲ ਕਰਕੇ ਗਵਰਨਮੈਂਟ ਦੇ ਗਾੜੀ ਰੱਖਦੀ ਵੀ ਖਦਾਰਾ ਜ਼ਿਮੀਂਦਾਰਾਂ ਨੂੰ ਮਾਫੀ ਦਿਓ, ਤੁਸੀਂ ਇਹ ਤੇ ਟੈਕਸ ਨਾ ਲਾਓ। ਤੇ ਹੋ ਸਕਦਾ ਨਾ ਲੱਗਦਾ ਗਵਰਨਮੈਂਟ ਆਪਣਾ ਇਹ ਟੈਕਸ ਵਾਪਸ ਲੈ ਲੈਂਦੀ। ਦੇਖੋ ਜੀ, ਜਿਹੜੀਆਂ ਕੰਪਨੀਆਂ ਚੱਲਣ ਡਈਆਂ ਨੇ ਟਰੈਕਟਰ ਸਾਜ਼ ਕੰਪਨੀਆਂ, ਇਹ ਜ਼ਿਮੀਂਦਾਰਾਂ ਦਾ ਕਰਕੇ ਚੱਲਣ ਡਈਆਂ, ਇਹਨਾਂ ਨੂੰ ਜ਼ਿਮੀਂਦਾਰਾਂ ਦਾ ਅਹਿਸਾਸ ਕਰਨਾ ਚਾਹੀਦਾ। ਬਹਰਹਾਲ ਜੇ ਕੋਈ ਜ਼ਿਮੀਂਦਾਰਾਂ ਦੇ ਸਾਥ ਵਾਲੀ ਗੱਲ ਆ ਨਾ, ਤੇ ਉਹ ਨਿਊ ਹਾਲੈਂਡ ਨੇ ਥੋੜਾ ਜਿਹਾ ਆਸਰਾ ਕੀਤਾ ਵਾ। ਬਾਕੀ ਇਹਨਾਂ ਦੇ ਸੇਲ ਮੈਨੇਜਰ ਜਾ ਰਹੇ ਨੇ, ਜਾ ਕੇ ਜ਼ਿਮੀਂਦਾਰਾਂ ਦੇ ਸਵਾਲ ਜਵਾਬ ਲੈ ਰਹੇ ਨੇ, ਔਰ ਗਾਜ਼ੀ ਟਰੈਕਟਰ ਦੇ ਵਾਸਤੇ ਬਹੁਤ ਕੋਸ਼ਿਸ਼ ਕਰ ਰਹੇ ਨੇ ਕਿ ਇਸ ਟਰੈਕਟਰ ਨੂੰ ਜਿਹੜਾ ਅਸੀਂ ਕਾਮਯਾਬ ਕਰਨਾ ਵਾ। ਤੇ ਬਾਕੀ ਜਿਹੜੇ ਆ ਪਿੰਡਾਂ ਦੇ ਵਿੱਚ ਫੰਕਸ਼ਨ ਕਰ ਰਹੇ ਨੇ, ਅੱਛੀ ਗੱਲ ਵਾ। ਤੇ ਬਾਕੀ ਕੰਪਨੀਆਂ ਨੂੰ ਵੀ ਚਾਹੀਦਾ ਜੀ ਜਾਣਾ, ਆਪਣੀ ਕੰਪਨੀ ਦੇ ਬਾਰੇ, ਆਪਣੇ ਟਰੈਕਟਰ ਦੇ ਬਾਰੇ ਦੱਸਣਾ ਚਾਹੀਦਾ ਵੀ ਸਾਡਾ ਟਰੈਕਟਰ ਆਹ ਚੀਜ਼ ਆ, ਇਹਦੇ ਅੰਦਰ ਆਹ ਵਾ, ਇਹਦੀ ਖੂਬੀ ਆਹ ਵਾ, ਖਾਮੀ ਆਹ ਵਾ। ਤੇ ਬਾਕੀ ਜਿਹੜਾ ਗਾਜ਼ੀ ਟਰੈਕਟਰ ਆ, ਇਹਦੇ ਤੇ ਮੈਂ ਹੋਰ ਥੋੜੀ ਜਿਹੀ ਗੱਲ ਕਰਦਾ ਜਾਵਾਂ ਵੀ ਮੁਰੱਬਾ 1.5 ਮੁਰੱਬਾ ਤੱਕ ਵੀ ਤੁਹਾਡੇ ਕੋਲ ਜ਼ਮੀਨ ਆ ਨਾ, ਤੇ ਤੁਸੀਂ ਜਿਹੜਾ ਵਾ ਲੇਜ਼ਰ ਵਗੈਰਾ ਨਹੀਂ, ਲੇਜ਼ਰ ਵੀ ਹੁਣ ਤੇ ਛੋਟੇ ਟਰੈਕਟਰਾਂ ਵਾਲੇ ਆ ਗਏ ਆ, ਤੇ ਮੁਰੱਬੇ ਤੱਕ ਦੀ ਵਾਈ ਤੇ ਕਹ ਲਓ ਤੁਸੀਂ ਮੁਰੱਬੇ ਦੀ ਵਾਈ ਵਾਸਤੇ ਟਰੈਕਟਰ ਲੈਣਾ ਹੀ ਇਹ ਗਾਜ਼ੀ ਚਾਹੀਦਾ ਵਾ। ਕਿਉਂਕਿ ਬਹੁਤ ਜ਼ਬਰਦਸਤ ਟਰੈਕਟਰ ਆ। ਸਿਰਫ ਇਹਦਾ ਇੱਕ ਹੀ ਇਸ਼ੂ ਆ, ਆਪਾਂ ਅੱਗੇ ਵੀ ਕਈ ਦਫਾ ਬਿਆਨ ਕਰ ਚੁੱਕੇ ਆ ਵੀ ਸਿਰਫ ਇਹਨੂੰ ਹੈਡ ਗੈਸਕਟ ਦਾ ਥੋੜਾ ਜਿਹਾ ਮਸਲਾ ਹੁੰਦਾ ਵਾ। ਬਾਕੀ ਇਹ ਟਰੈਕਟਰ ਜ਼ਬਰਦਸਤ ਆ। ਜਦੋਂ ਇਹ ਟਰੈਕਟਰ ਸਨ 2003 ਦੇ ਅੰਦਰ ਆਇਆ ਵਾ, ਇਹਨੂੰ ਨਾ ਕਲੱਚ ਦਾ ਮਸਲਾ ਹੁੰਦਾ ਸੀ। ਇਹਦੇ ਕਦੀ ਕੋਈ ਫਿੰਗਰ ਦੀ ਕਿੱਲੀ ਨਿਕਲ ਜਾਂਦੀ ਸੀ, ਕਦੀ ਕੋਈ ਫਿੰਗਰ ਠਾਂ ਹੋ ਜਾਂਦਾ ਸੀ। ਬਰਹਲ ਕੰਪਨੀ ਨੇ ਉਹ ਬੜਾ ਅੱਛਾ ਕੰਮ ਕੀਤਾ ਔਰ ਇਹਦਾ ਜਿਹੜਾ ਕਲੱਚ ਦਾ ਮਸਲਾ ਉਹ ਹੱਲ ਉਦੋਂ ਹੀ ਕਰ ਦਿੱਤਾ ਸੀ। ਬਾਕੀ ਥੋੜਾ ਜਿਹਾ ਹੈਡ ਗੈਸਕਟ ਤੇ ਕੰਮ ਕਰਨ, ਔਰ ਇੱਕ ਇਹਦੇ ਵਿੱਚ ਹੋਰ ਥੋੜਾ ਜਿਹਾ ਜਿਸ ਤਰ੍ਹਾਂ
ਫੀਟ 640 ਨੂੰ ਪਾਏਦਾਨ ਦਿੰਦੀ ਆ ਕੰਪਨੀ, ਇਹਨੂੰ ਵੀ ਉਹ ਪਾਏਦਾਨ ਲਾਜ਼ਮੀ ਲਾ ਕੇ ਦੇਣ। ਹਾਂ ਬਲਕਿ ਕਹਿ ਲਓ ਤੁਸੀਂ ਅੱਜ ਦੀ ਵੀਡੀਓ ਤੋਂ ਬਾਅਦ ਹੀ ਇਹਨੂੰ ਪਾਏਦਾਨ ਜਿਹੜਾ ਵਾ ਉਹ ਦੇਣਾ ਚਾਹੀਦਾ। ਬੜਾ ਕੋ 2000 ਦਾ ਲੋਹਾ ਲੱਗੇਗਾ ਕੰਪਨੀ ਦਾ। ਔਰ ਜਿਸ ਤਰ੍ਹਾਂ ਉਹ ਸਾਹਮਣੇ ਦਿਖਾਓ, ਜਿਸ ਤਰ੍ਹਾਂ 640 ਦੇ ਥੱਲੇ ਪਾਏਦਾਨ ਲੱਗਾ ਵਾ, ਇਸੇ ਤਰ੍ਹਾਂ ਪਾਏਦਾਨ ਜਿਹੜਾ ਵਾ ਛੋਟੇ ਟਰੈਕਟਰ ਨੂੰ ਵੀ ਦੇਣਾ ਚਾਹੀਦਾ ਵਾ। ਸਹੀ ਹੋ ਗਿਆ। ਬਾਕੀ ਇਸ ਤੋਂ ਬਾਅਦ ਆਪਾਂ 640 ਦੇ ਵੀ ਥੋੜੀ ਜਿਹੀ ਗੱਲਬਾਤ ਕਰਦੇ ਆਂ। ਅੱਛਾ, ਬਾਕੀ ਇਹਦੇ ਤੇ ਤੁਹਾਡਾ ਸਵਾਲ ਜਵਾਬ ਹੈ ਤੇ ਕਰ ਲਓ। ਮਜ਼ੀਦ ਇਹ ਦੱਸੋ ਜੀ, ਅੱਜ ਕੱਲ ਫੀਟ ਕੰਪਨੀ ਜਿਹੜੀ ਹੈ ਥੋੜਾ ਜਿਹਾ ਯਾਨੀ ਕਿ ਮਾਰਕੀਟ ਚ ਹਟ ਕੇ ਕੰਮ ਹੋ ਰਿਹਾ ਹੈ, ਯਾਨੀ ਕਿ ਬਿਲਕੁਲ ਮਾਰਕੀਟ ਚ ਇੰਟਰ ਨਹੀਂ ਹੈ, ਕਿਉਂਕਿ ਦਬੰਗ ਆਏਗਾ ਤੇ ਮਾਰਕੀਟ ਚ ਇੰਟਰ ਹੋਏਗੀ। ਹਾਂਜੀ ਤੇ ਬੜੇ ਜ਼ਿਮੀਂਦਾਰ ਇੰਤਜ਼ਾਰ ਕਰਦੇ ਕਰ ਥੱਕ ਗਏ ਨੇ, ਹਰ ਦਫਾ ਅਗਲੇ ਮਹੀਨੇ ਅਗਲਾ ਮਹੀਨਾ ਹੀ ਨਹੀਂ ਆ ਰਿਹਾ ਇਹਨਾਂ ਦਾ। ਇਸ ਬਾਰੇ ਕੀ ਕਹੋਗੇ? ਵੇਖੋ ਜੀ, ਸਾਡੇ ਲੋਕਾਂ ਨੂੰ ਨਾ ਇੰਡੀਆ ਦੇ ਜਿੱਦਾਂ ਸ਼ੌਕ ਕਰਦੇ ਨੇ ਲੋਕ, ਇੰਡੀਆ ਦੀ ਮਸ਼ੀਨਰੀ ਚ ਤਗੜੀ ਆ, ਉਹਨਾਂ ਦੇ ਟਰੈਕਟਰ ਸਾਡੇ ਨੂੰ ਤਗੜੇ ਆ ਤੇ ਢੇਰ ਤਗੜੇ ਨੇ। ਸਾਡੇ ਉਹ ਟਰੈਕਟਰਾਂ ਦਾ ਉਹਨਾਂ ਦੇ ਟਰੈਕਟਰਾਂ ਦਾ ਕੋਈ ਮੁਆਵਜ਼ਾ ਨਹੀਂ ਆ। ਮੈਂ ਤੇ ਇਹ ਫਿਰ ਕਹਾਂਗਾ ਵੀ ਮਰੱਬੇ ਤੱਕ ਵੀ ਤੁਹਾਡੀ ਵਾਹੀ ਹੈ, ਟਰੈਕਟਰ ਲਾਓ ਬਿਹਤਰੀਨ ਆ, ਇਹਨਾਂ ਆਪਣਾ ਕੰਮ ਚਲਾਓ। ਤੇ ਬਾਕੀ ਜਿਹੜੇ ਪੈਸੇ ਉਤਲੇ ਤੁਹਾਡੇ ਵੱਡੇ ਟਰੈਕਟਰ ਤੋਂ ਬਚਣੇ ਆ, ਉਹਦੇ ਤੁਸੀਂ ਆਪਣੇ ਹਜ਼ਾਰ ਬਣਾਓ ਤੇ ਬਿਹਤਰੀਨ ਆ। ਇੱਕ ਤੇ ਡੀਜ਼ਲ ਦੀ ਬਚਤ ਆ ਤੇ ਇੱਕ ਜਿੰਨਾ ਸਿਰ ਛੋਟਾ ਉਨੀ ਪੀੜ ਘੱਟ। ਤੇ ਬਾਕੀ ਦਬੰਗ ਇਨਸ਼ਾਅੱਲਾ ਤਾਲਾ ਦਬੰਗ ਦੇ ਬਾਰੇ ਦੱਸਦੇ ਆ। ਦਬੰਗ ਦਾ ਪਤਾ ਇਹ ਲੱਗਾ ਕਿ 850 ਆ ਰਿਹਾ ਦਬੰਗ ਦੀ ਜਗ੍ਹਾ ਤੇ। ਹੁਣ ਇਸ ਗੱਲ 'ਚ ਹਕੀਕਤ ਕਿੰਨੀ ਕਾ ਇਹ ਨਹੀਂ ਮੈਂ ਦੱਸ ਸਕਦਾ ਵੀ ਇਹ ਗੱਲ ਮੇਰੀ 100% ਆ ਜਾਂ 50% ਆ। ਜਿੱਦਾਂ ਮੈਨੂੰ ਇਨਫੋਰਮੇਸ਼ਨ ਮਿਲੀ ਆ ਉਂਝ ਮੈਂ ਦੋਸਤਾਂ ਨਾਲ ਸ਼ੇਅਰ ਕਰ ਰਿਹਾ। ਤੇ ਅਗਸਤ ਦਾ ਜਿਹੜਾ ਟਾਈਮ ਦੇ ਦਿੱਤਾ ਕੰਪਨੀ ਨੇ ਕਿ ਅਗਸਤ ਦੇ ਜਿਹੜਾ ਵਾ 14 ਅਗਸਤ ਤੇ ਅਸੀਂ ਲਾਂਚ ਕਰਨਾ। ਉਹ ਹਿਸਾਬ ਵੀ ਹਰ ਮਹੀਨੇ ਅਗਲੇ ਮਹੀਨੇ ਦਾ ਕਹਿੰਦੇ ਨੇ। ਹੁਣ ਵੇਖੋ ਜੀ, ਜਿਹੜੀ ਇਹ ਕਹਿ ਲਓ ਕਿਸੇ ਡੀਲਰ ਕੋਈ ਇਨਫੋਰਮੇਸ਼ਨ ਮਿਲੀ ਆ ਔਰ ਡੀਲਰ ਨੇ ਕਿਹਾ ਕੰਪਨੀ ਦਾ ਬੜਾ ਇਹਦੇ ਤੇ ਫਰੇਮਵਰਕ ਆ ਤੇ ਅਗਸਤ ਦੇ ਵਿੱਚ ਜਿਹੜਾ ਮਹੀਨੇ ਦੇ ਵਿੱਚ ਕੰਪਨੀ ਦਾ ਦੇਣ ਆ ਕਿ 14 ਅਗਸਤ ਤੇ ਅਸੀਂ ਲਾਂਚ ਕਰੀਏ। ਤੇ ਬਾਕੀ 14 ਅਗਸਤ ਕਿਹੜਾ ਦੂਰ ਰਹਿ ਗਿਆ ਵਾ ਤੇ ਪਤਾ ਲੱਗ ਜਾਵੇਗਾ ਜੇ ਕੰਪਨੀ ਕਰੇਗੀ ਲਾਂਚ ਤੇ ਸਾਰੇ ਦੇ ਸਾਹਮਣੇ ਹੀ ਹੋਣਾ ਵਾ। ਵੇਖੋ ਜੀ, ਕਹਿ ਤੇ ਰਹੇ ਨੇ ਇੱਕ ਦਫਾ ਅਨੋਖਾ ਟਰੈਕਟਰ ਹੋਏਗਾ, ਮੁਨਫਰਦ ਟਰੈਕਟਰ ਹੋਏਗਾ, ਤੇ ਮੈਂ ਕਹਿੰਦਾ ਕੋਈ ਇਹੋ ਜਿਹਾ ਲਿਆਉਣ ਜਿਹੜਾ ਪਤਾ ਲੱਗ ਜੇ ਇੱਕ ਵਾਰ। ਵੇਖੋ ਜੀ, ਹਲੇ ਤੱਕ ਕੋਈ ਨਹੀਂ ਉਸ ਟਰੈਕਟਰ ਦੀ ਕੋਈ ਵੀਡੀਓ ਕੋਈ ਛੋਟੀ ਮੋਟੀ ਲੀਕੇਜ ਕੋਈ ਨਹੀਂ ਹੋਈ। ਬਰਲ ਇੰਨਾ ਪਤਾ ਲੱਗ ਰਿਹਾ ਕਿ ਮੇਰਾ ਦੋਸਤ ਆ ਉਹ ਕੰਪਨੀ ਦੇ ਵਿੱਚ ਵੀ ਕੰਮ ਕਰਦਾ ਵਾ, ਉਹਨੇ ਵੀ ਗੱਲ ਕਹਿ ਲਓ ਤੁਸੀਂ ਘੁੱਟ ਕੇ ਦੱਸੀ ਆ। ਉਹਨੇ ਵੀ ਇਹ ਗੱਲ ਦੱਸੀ ਆ ਵੀ 850 ਟਰੈਕਟਰ ਤਿਆਰ ਹੋ ਚੁੱਕਿਆ ਵਾ, ਟੈਸਟਿੰਗ ਤੇ ਚੱਲਣ ਡਿਆ ਵਾ ਟਰੈਕਟਰ। ਅੱਛਾ, ਉਹਦੇ ਹੰਧਾਵਾ ਸਾਹਿਬ ਆਪਾਂ ਪਿੱਛੇ ਜੇ ਗਏ ਆ ਦੀਪਾਲਪੁਰ, ਤੁਸੀਂ ਸ਼ਾਇਦ ਵੇਖਿਆ YTO ਦਾ ਚਾਈਨਾ ਦਾ ਟਰੈਕਟਰ ਆਇਆ ਸੀ। ਉਹ ਦਿਨਾਂ ਦੇ ਵਿੱਚ ਹੀ ਬੜਾ ਮਕਬੂਲ ਹੋਇਆ, ਜ਼ਿਮੀਂਦਾਰਾਂ ਨੇ ਖਰੀਦਿਆ ਵੀ, 4-4 ਲੱਖ ਰੁਪਏ ਤੱਕ ਮੁਨਾਫਾ ਵੀ ਉਹ ਤੋਂ ਕਮਾ ਲਿਆ। ਕੀ ਕਹਿਣਾ ਚਾਹੋਗੇ? ਉਹ ਭਾਈ ਟਰੈਕਟਰ ਬਹੁਤ ਜ਼ਬਰਦਸਤ ਟਰੈਕਟਰ ਸੀਗਾ ਤੇ ਉਹ ਟਰੈਕਟਰ ਇਹ ਸੀ ਵੀ ਉਹਦੀ ਕੀਮਤ ਬੜੀ ਮਕੂਲ ਸੀ। ਫਿਰ ਉਹ ਹੈਗਾ 4x4 ਸੀਗਾ। ਇਸ ਟਰੈਕਟਰ ਨਾਲੋਂ ਵੀ ਉਹ ਤਕਰੀਬਨ 5-6 ਲੱਖ ਰੁਪਏ ਸਸਤਾ ਟਰੈਕਟਰ ਸੀ। ਕਈ ਦੋਸਤ ਕਮੈਂਟ 'ਚ ਕਹੀ ਜਾਂਦੇ ਸੀ ਵੀ ਇਹਦਾ 8 ਲੱਖ ਦਾ ਅਗਲਾ ਹਿੱਸਾ ਵਾ। ਹਾਂਜੀ 4x4 ਦੀ ਜਿਹੜੀ ਕਿੱਟ 8 ਲੱਖ ਰੁਪਏ ਦੀ ਆ। ਮੈਂ ਤਾਂ ਲੱਖ ਡੂਢ ਤੇ ਗੱਲ ਮੁਕਾਉਣਾ ਸਾਂ ਤੇ ਪਰ ਬੰਦਿਆਂ ਦੇ 7-8 ਲੱਖ ਰੁਪਏ ਦੀ ਜਿਹੜੀ ਉਹਦੀ। ਤੇ ਉਹ ਟਰੈਕਟਰ ਠੀਕ ਸੀ, ਬਹੁਤ ਜ਼ਬਰਦਸਤ ਟਰੈਕਟਰ ਸੀਗਾ। ਇਸ ਟਰੈਕਟਰ ਤੋਂ ਲੱਖ ਦਰਜੇ ਟਰੈਕਟਰ ਚੰਗਾ ਸੀਗਾ ਉਹ ਜੀ ਬਲਾ ਟਰੈਕਟਰ। ਹੁਣ ਉਹ ਵੀ ਫਿਰ ਉਹ ਪਾਕਿਸਤਾਨ ਦੇ ਵਿੱਚ ਵਾਹਦ ਐਸਾ ਟਰੈਕਟਰ ਸੀ ਬਾਹਰ ਦਾ ਆ ਜਿਹੜਾ ਕਹ ਲਓ ਤੁਸੀਂ 4 ਸਿਲੰਡਰ ਦੇ ਅੰਦਰ 55 HP ਦਾ ਟਰੈਕਟਰ। ਵਾਹ। ਤੇ ਇਹੋ ਹੀ ਮੈਂ ਵੀ ਇਹਦੇ ਇੰਜਨ ਤੇ ਵੀ ਅਕਸਰ ਬਾਰ-ਬਾਰ ਵੀਡੀਓ ਬਣਾਈ ਆ ਵੀ ਇਹਦੇ ਇੰਜਨ ਤੇ ਥੋੜਾ ਜਿਹਾ ਹੈਡ ਗੈਸਕਟ ਤੇ ਕੰਮ ਕੀਤਾ ਜਾਵੇ ਜਾਂ ਇਹਦਾ ਇੰਜਨ ਥੋੜਾ ਜਿਹਾ ਵੱਡਾ ਕਰ ਦਿੱਤਾ ਜਾਵੇ, 4 ਸਿਲੰਡਰ ਕਰ ਦਿੱਤਾ ਜਾਵੇ, ਪਿਸਟਨ ਥੋੜੇ ਜਿਹੇ ਛੋਟੇ ਕਰ ਦਿੱਤੇ ਜਾਣ, ਕੋਈ ਇਸ ਤਰ੍ਹਾਂ ਦਾ ਸਕੀਮ ਲਾਉਣ ਤਾਂ ਕਿ ਵੀ ਇਹ ਟਰੈਕਟਰ ਕਾਮਯਾਬ